1985 ਵਿੱਚ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਕਿਉਂ ਤੇ ਕਿਵੇਂ ਹੋਇਆ ਸੀ। ਇਸ ਖਾਸ ਰਿਪੋਰਟ ਦੇ ਵਿੱਚ ਦੱਸਾਂਗੇ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੇ ਵਿੱਚ ਉਹ ਦੌਰ ਵੀ ਸੀ ਜਦੋਂ ਕਿਸੇ ਨੂੰ ਪਤਾ ਨਹੀਂ ਸੀ ਹੁੰਦਾ ਕਿ ਸਵੇਰੇ ਘਰੋਂ ਗਿਆ ਮੁੜ ਕੇ ਸ਼ਾਮ ਨੂੰ ਘਰੇ ਪਰਤੂ ਜਾਂ ਫਿਰ ਨਹੀਂ। ਤੇ ਇਹ ਉਹ ਦੌਰ ਸੀ ਜਦੋਂ ਪੰਜਾਬ ਦੇ ਵਿੱਚ 1992 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ। ਇਹਨਾਂ ਚੋਣਾਂ ਦਾ ਨਾਮ ਇਤਿਹਾਸਿਕ ਚੋਣਾਂ ਵਜੋਂ ਵੀ ਦਰਜ ਹੈ ਕਿਉਂਕਿ ਉਸ ਵੇਲੇ ਦੋ ਮੁੱਖ ਪੰਜਾਬ ਦੀਆਂ ਸਿਆਸੀ ਧਿਰਾਂ ਦੇ ਵਿੱਚੋਂ ਇੱਕ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ। ਪੰਜਾਬ ਦੇ ਵਿੱਚ ਸਿਰਫ 2% ਦੀ ਵੋਟਿੰਗ ਹੋਈ ਸੀ ਤੇ ਕਾਂਗਰਸ ਦੀ ਸਰਕਾਰ ਬਣੀ ਸੀ। ਮੁੱਠੀ ਭਰ ਵੋਟਾਂ ਦੇ ਨਾਲ ਬੇਅੰਤ ਸਿੰਘ ਪੰਜਾਬ ਦੇ 12ਵੇਂ ਮੁੱਖ ਮੰਤਰੀ ਬਣੇ ਸੀ। ਤੇ ਉਸ ਤੋਂ ਬਾਅਦ ਸ਼ੁਰੂ ਹੋਇਆ ਸੀ ਪੰਜਾਬੀਆਂ ਦੇ ਘਰ ਸੁੰਨੇ ਹੋਣ ਦਾ ਦੌਰ। ਸਵੇਰੇ ਗੱਭਰੂ ਜਵਾਨ ਪੁੱਤ ਘਰੋਂ ਤੁਰਦੇ ਸੀ, ਸ਼ਾਮ ਨੂੰ ਤਾਂ ਕੀ ਸੈਂਕੜੇ ਤਾਂ ਕਦੇ ਵੀ ਵਾਪਸ ਨਹੀਂ ਮੁੜੇ। ਪੁੱਤਾਂ ਦੇ ਵਿਯੋਗ 'ਚ ਅੰਨੀਆਂ ਹੋਈਆਂ ਮਾਵਾਂ ਅੱਜ ਤੱਕ ਵੀ ਆਪਣੇ ਪੁੱਤਾਂ ਦੇ ਰਾਹ ਉਡੀਕ ਰਹੀਆਂ ਨੇ ਤੇ ਉਹਨਾਂ ਵਿੱਚੋਂ ਕਈ ਤਾਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਿਵਿਆਂ 'ਚ ਸਾੜ ਦਿੱਤੇ ਗਏ ਸੀ, ਜਿਨ੍ਹਾਂ ਨੂੰ ਭਾਈ ਜਸਵੰਤ ਸਿੰਘ ਖਾਲੜਾ ਬਾਹਰ ਕੱਢ ਲਿਆਏ ਸੀ। ਪਰ ਅਫਸੋਸ ਦੀ ਗੱਲ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਦਾ ਵੀ ਫਿਰ ਥਹੁ ਪਤਾ ਨਹੀਂ ਲੱਗਿਆ ਕਿੱਧਰ ਖਪਾ ਦਿੱਤੇ ਗਏ। ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਕਿਵੇਂ ਹੋਇਆ ਸੀ। 31 ਅਗਸਤ 1995 ਦਾ ਉਹ ਦਿਨ ਸੀ ਜਦੋਂ ਸਿੱਖਾਂ ਨੇ ਸਿਰਾਂ ਦੇ ਵੱਟੇ ਸਿਰ ਲੈਣ ਦੀ ਸਹੁੰ ਖਾ ਲਈ ਸੀ ਤੇ ਦਾਅ ਵੀ ਲਾ ਗਈ। ਪੰਜਾਬ ਸਿਵਲ ਸਕੱਤਰੇਤ ਦੇ ਮੂਹਰੇ ਕਾਰ ਬੰਬ ਧਮਾਕੇ ਦੇ ਨਾਲ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਉਡਾ ਦਿੱਤਾ ਗਿਆ ਸੀ। ਮੁੱਖ ਮੰਤਰੀ ਦੇ ਨਾਲ 17 ਹੋਰਾਂ ਦੀ ਜਾਨ ਚਲੀ ਗਈ ਸੀ, 15 ਹੋਰ ਜ਼ਖਮੀ ਹੋ ਗਏ ਸੀ। ਬੰਬ ਕਾਂਡ ਦੇ ਵੇਲੇ ਮੌਕੇ ਤੋਂ ਕੋਈ ਨਹੀਂ ਫੜਿਆ ਗਿਆ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਪੰਜਾਬ ਪੁਲਿਸ ਦਾ ਸਿਪਾਹੀ ਦਿਲਾਵਰ ਸਿੰਘ ਆਪਣੀ ਬਲੀ ਦੇ ਕੇ ਲੜਾਈ ਸਰ ਕਰ ਗਿਆ ਸੀ। ਦਿਲਾਵਰ ਸਿੰਘ ਬੱਬਰ ਨੇ ਬੇਅੰਤ ਸਿੰਘ ਨੂੰ ਆਪਣੀ ਬੁਲੇਟ ਪ੍ਰੂਫ ਕਾਰ ਦੇ ਵਿੱਚ ਹੀ ਉਡਾ ਦਿੱਤਾ ਸੀ। ਇਤਫਾਕ ਦੀ ਗੱਲ ਹੈ ਕਿ ਉਸੇ ਦਿਨ ਸਿਵਲ ਸਕੱਤਰੇਤ ਦੇ ਵਿੱਚ ਮੁੱਖ ਮੰਤਰੀ ਬੇਅੰਤ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਦਾਅਵਾ ਕੀਤਾ ਸੀ ਕਿ ਅਸੀਂ ਜਾਨ ਦੀ ਬਾਜ਼ੀ ਲਾ ਕੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਕਾਇਮ ਕੀਤੀ ਹੈ। ਪੰਜਾਬ 'ਚ ਅੱਤਵਾਦ ਦਾ ਪੂਰਨ ਤੌਰ ਤੇ ਸਫਾਇਆ ਹੋ ਗਿਆ ਤੇ ਹੁਣ ਸਦੀਆਂ ਤੱਕ ਖਾੜਕੂ ਸਿਰ ਨਹੀਂ ਚੁੱਕ ਸਕਣਗੇ। ਉਸ ਵਕਤ ਭਾਰਤੀ ਸਟੇਟ ਦੇ ਵਜੋਂ ਐਲਾਨੀਆ ਸੁਪਰ ਕਾਪ ਤੇ ਪੰਜਾਬ ਦਾ ਡੀਜੀਪੀ KPS ਗਿੱਲ ਯਾਨੀ ਕਿ ਕੰਵਰਪਾਲ ਸਿੰਘ ਗਿੱਲ ਵੀ ਮੌਜੂਦ ਸੀ। ਮੁੱਖ ਮੰਤਰੀ ਦੀ ਸੁਰੱਖਿਆ ਦੇ ਵਿੱਚ Z ਸਿਕਿਉਰਿਟੀ, 2 ਟੁਕੜੀਆਂ ਕਮਾਂਡੋ ਦੀਆਂ, 120 CRPF ਦੇ ਜਵਾਨ, ਪੰਜਾਬ ਪੁਲਿਸ ਦੇ 100 ਚੋਟੀ ਦੇ ਜਵਾਨ, ਪੰਜਾਬ ਆਰਮਡ ਫੋਰਸਸ, ਬੁਲੇਟ ਪ੍ਰੂਫ ਦੀਆਂ ਕਹਿੰਦੇ 3 ਗੱਡੀਆਂ ਹੁੰਦੀਆਂ ਸੀ ਜੋ ਇੱਕੋ ਰੰਗ, ਇੱਕੋ ਨੰਬਰ ਤੇ ਇੱਕੋ ਮਾਡਲ ਦੀਆਂ ਹੁੰਦੀਆਂ ਸੀ। ਤਿੰਨਾਂ ਵਿੱਚੋਂ ਕਿਹੜੀ ਵਿੱਚ ਮੁੱਖ ਮੰਤਰੀ ਸਵਾਰ ਨੇ ਕਿਸੇ ਨੂੰ ਪਤਾ ਨਹੀਂ ਹੁੰਦਾ ਸੀ, ਪਰ ਫਿਰ ਵੀ ਹੋਣੀ ਬੇਅੰਤ ਸਿੰਘ ਨੂੰ ਨਹੀਂ ਬਚਾ ਸਕੀ। ਹਕੂਮਤ ਦੇ ਵਿੱਚ ਸੋਗ ਫੈਲ ਗਿਆ ਸੀ ਤੇ ਬੱਬਰਾਂ ਵਾਲੇ ਪਾਸੇ ਸਕੂਨ ਪਸਰਿਆ ਸੀ। ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਕੀ ਕਾਰਨ ਸਨ ਦੱਸਾਂਗੇ। ਲੋਕ ਕਿਉਂ ਕਹਿੰਦੇ ਨੇ ਕਿ ਮੁੱਖ ਮੰਤਰੀ ਬੇਅੰਤ ਸਿੰਘ ਦਾ ਰਾਜ ਪੰਜਾਬ ਦੇ ਵਿੱਚ ਅਜਿਹਾ ਰਾਜ ਸੀ ਜਦੋਂ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦੇ ਖੂਨ ਦੀਆਂ ਨਦੀਆਂ ਵਹਾਈਆਂ ਗਈਆਂ। ਉਸ ਤੋਂ ਪਹਿਲਾਂ ਦੱਸ ਦਿੰਦੇ ਆ ਕਿ ਕਿਸਨੇ ਕਤਲ ਕੀਤਾ ਸੀ, ਕੌਣ-ਕੌਣ ਹੋਰ ਜ਼ਿੰਮੇਵਾਰ ਠਹਿਰਾਇਆ ਗਿਆ। ਸਭ ਤੋਂ ਪਹਿਲਾਂ ਤਾਂ ਭਾਈ ਦਿਲਾਵਰ ਸਿੰਘ ਬੱਬਰ ਦਾ ਹੀ ਨਾਮ ਆਉਂਦਾ ਹੈ, ਜਿਹੜੇ ਕਿ ਮਨੁੱਖੀ ਬੰਬ ਬਣ ਕੇ 31 ਅਗਸਤ ਨੂੰ ਨਾਲ ਹੀ ਚੜ੍ਹਾਈ ਕਰ ਗਏ ਸੀ। ਪਰ ਮੁੱਖ ਸਾਜ਼ਿਸ਼ ਘਾੜਿਆਂ ਦੇ ਵਿੱਚ ਨਾਮ ਹੈ ਜਿਹੜਾ ਭਾਈ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ ਤੇ ਜਗਤਾਰ ਸਿੰਘ ਤਾਰਾ ਦੇ ਨਾਮ ਆਉਂਦੇ ਨੇ। ਭਾਈ ਜਗਤਾਰ ਸਿੰਘ ਹਵਾਰਾ ਇਸ ਵਕਤ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਕੈਦ ਕੱਟ ਰਹੇ ਨੇ। ਉਹਨਾਂ ਨੂੰ ਪੰਜਾਬ ਦੇ 12ਵੇਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਵਿੱਚ ਮੁੱਖ ਸਾਜ਼ਿਸ਼ ਘਾੜੇ ਵਜੋਂ ਦੋਸ਼ੀ ਠਹਿਰਾਇਆ ਗਿਆ। 2004 ਦੇ ਵਿੱਚ ਜਗਤਾਰ ਸਿੰਘ ਹਵਾਰਾ ਉਦੋਂ ਸੁਰਖੀਆਂ ਦੇ ਵਿੱਚ ਆਏ ਸੀ ਜਦੋਂ ਬੁੜੈਲ ਦੀ ਵੱਧ ਤੋਂ ਵੱਧ ਸੁਰੱਖਿਆ ਜੇਲ੍ਹ ਦੇ ਵਿੱਚੋਂ ਬਚ ਨਿਕਲੇ ਸੀ। ਸੁਰੰਗ ਬਣਾ ਕੇ, ਸੁਰੰਗ ਪੁੱਟ ਕੇ ਆਪਣੇ ਕੈਦੀਆਂ ਸਮੇਤ ਜੇਲ੍ਹ ਦੇ ਵਿੱਚੋਂ ਫਰਾਰ ਹੋ ਗਏ ਸੀ। ਪਰ 1 ਸਾਲ ਬਾਅਦ ਹੀ 2005 ਦੇ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਮੁੜ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। 10 ਨਵੰਬਰ 2015 ਉਹ ਸਾਲ ਤੁਹਾਨੂੰ ਯਾਦ ਹੋਏਗਾ ਜਦੋਂ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਭ ਤੋਂ ਵੱਡੀ ਘਟਨਾ ਵਾਪਰੀ ਸੀ ਬਰਗਾੜੀ ਦੇ ਵਿੱਚ। ਉਸ ਤੋਂ ਬਾਅਦ ਚੱਬੇ ਦੀ ਧਰਤੀ ਤੇ ਇੱਕ ਵੱਡਾ ਸਰਬੱਤ ਖਾਲਸਾ ਹੋਇਆ ਸੀ ਤੇ ਉਸ ਸਰਬੱਤ ਖਾਲਸਾ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਥਾਪਿਆ ਗਿਆ। दूसरा नाम है भाई बलवंत सिंह राजोआणा, जिन्हां नूं CBI अदालत फांसी की सज़ा सुना चुकी है।
ਬੇਅੰਤ ਸਿੰਘ ਕਤਲकांड ਦੇ ਵਿੱਚ ਮੁੱਖ ਸਾਜ਼ਿਸ਼ ਘਾੜਿਆਂ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ ਵੀ ਮੰਨਿਆ ਜਾਂਦਾ ਹੈ। ਭਾਈ ਰਾਜੋਆਣਾ ਨੇ ਹਾਈ ਕੋਰਟ ਦੇ ਵਿੱਚ ਆਪਣੀ ਫਾਂਸੀ ਦੀ ਸਜ਼ਾ ਦੇ ਖਿਲਾਫ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਇਹ ਕਹਿ ਕੇ ਕਿ ਮੈਨੂੰ ਭਾਰਤੀ ਨਿਆਂ ਪ੍ਰਣਾਲੀ ਦੇ ਵਿੱਚ ਭਰੋਸਾ ਹੀ ਨਹੀਂ ਹੈ। ਹਾਲਾਂਕਿ ਐਸਜੀਪੀਸੀ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੀ ਮਾਫੀ ਦੇ ਲਈ ਪੈਰਵਾਈ ਕੀਤੀ, ਉਹਨਾਂ ਦੇ ਕੇਸ ਦੀ ਉੱਚ ਅਦਾਲਤ ਦੇ ਵਿੱਚ ਪੈਰਵਾਈ ਕੀਤੀ। ਸਜ਼ਾ ਦੇ ਮੁਤਾਬਿਕ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ 2012 ਨੂੰ ਫਾਂਸੀ ਦਿੱਤੀ ਜਾਣੀ ਸੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਮਨੁੱਖੀ ਅਧਿਕਾਰ ਅਤੇ ਸਿੱਖ ਜਥੇਬੰਦੀਆਂ ਨੇ ਫਾਂਸੀ ਦੀ ਸਜ਼ਾ ਮਾਫ ਕਰਨ ਦੇ ਲਈ ਤਿੱਖੀ ਮੁਹਿੰਮ ਚਲਾਈ ਸੀ। ਪੂਰੇ ਪੰਜਾਬ ਦੇ ਵਿੱਚ ਭਾਈ ਰਾਜੋਆਣਾ ਦੀ ਫਾਂਸੀ ਰੁਕਵਾਉਣ ਦੇ ਲਈ ਮੁਜ਼ਾਹਰੇ ਕੀਤੇ ਗਏ। ਲੋਕਾਂ ਨੇ ਘਰ ਘਰ ਦੇ ਵਿੱਚ ਕੇਸਰੀ ਝੰਡੇ ਲਾ ਕੇ ਰਾਜੋਆਣਾ ਨੂੰ ਫਾਂਸੀ ਦੇਣ ਦਾ ਵਿਰੋਧ ਕੀਤਾ ਸੀ। ਉਸ ਵਕਤ ਹਾਲਾਂਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ, ਸ਼੍ਰੋਮਣੀ ਅਕਾਲੀ ਦਲ, ਉਹਨਾਂ ਨੂੰ ਇਸ ਮੁੱਦੇ ਤੇ ਬੀਜੇਪੀ ਦਾ ਸਾਥ ਨਹੀਂ ਮਿਲਿਆ ਸੀ ਗੱਠਜੋੜ ਹੋਣ ਦੇ ਬਾਵਜੂਦ ਵੀ। ਪਰ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਗ੍ਰਹਿ ਮੰਤਰਾਲੇ ਦੀ ਸਿਫਾਰਿਸ਼ ਉੱਤੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ 28 ਮਾਰਚ 2012 ਨੂੰ ਅਣਮਿੱਥੇ ਸਮੇਂ ਦੇ ਲਈ ਟਾਲ ਦਿੱਤੀ ਸੀ ਤੇ ਅੱਜ ਤੱਕ ਬਲਵੰਤ ਸਿੰਘ ਰਾਜੋਆਣਾ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ। ਤੇ ਇਸੇ ਦਰਮਿਆਨ 28 ਮਾਰਚ ਨੂੰ ਜਦੋਂ ਫਾਂਸੀ ਦੀ ਸਜ਼ਾ ਅਣਮਿੱਥੇ ਸਮੇਂ ਦੇ ਲਈ ਟਾਲ ਦਿੱਤੀ ਗਈ, ਉਸ ਤੋਂ ਪਹਿਲਾਂ 23 ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦਾ ਦਰਜਾ ਦਿੱਤਾ ਗਿਆ। ਹਾਲਾਂਕਿ ਉਸ ਵਕਤ ਰਾਜੋਆਣਾ ਨੇ ਇਹ ਦਰਜਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਬਾਅਦ ਵਿੱਚ 27 ਮਾਰਚ ਨੂੰ ਇਹ ਦਰਜਾ ਉਹਨਾਂ ਨੇ ਸਵੀਕਾਰ ਕਰ ਲਿਆ ਸੀ। ਰਾਜੋਆਣਾ ਨੇ ਕਿਹਾ ਸੀ ਕਿ ਇਹ ਸਨਮਾਨ ਮੇਰੇ ਟੀਚੇ ਨੂੰ ਹੋਰ ਸ਼ਕਤੀ ਦੇਵੇਗਾ। ਤੇ ਉਸੇ ਵਕਤ ਹੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਮਨੁੱਖੀ ਬੰਬ ਬਣੇ ਭਾਈ ਦਿਲਾਵਰ ਸਿੰਘ ਨੂੰ ਵੀ ਜ਼ਿੰਦਾ ਸ਼ਹੀਦ ਦਾ ਦਰਜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਦਿੱਤਾ ਗਿਆ ਸੀ। ਤੇ ਉਸ ਤੋਂ ਬਾਅਦ 20 ਜੁਲਾਈ 2018 ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਪਟਿਆਲਾ ਜੇਲ੍ਹ ਦੇ ਵਿੱਚ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ, ਐਸਜੀਪੀਸੀ ਨੂੰ ਇਹ ਕਹਿੰਦਿਆਂ ਹੋਇਆਂ ਕਿ ਜੇਕਰ ਤੁਹਾਡੀ ਜਿਹੜੀ ਫਾਂਸੀ ਮਾਫੀ ਦੀ ਅਰਜ਼ੀ ਤੇ ਸੁਣਵਾਈ ਨਹੀਂ ਹੋ ਰਹੀ ਤਾਂ ਤੁਸੀਂ ਅਰਜ਼ੀ ਵਾਪਸ ਕਿਉਂ ਨਹੀਂ ਲੈ ਲੈਂਦੇ, ਮੇਰੀ ਸਜ਼ਾ ਦੇ ਉੱਤੇ ਕੋਈ ਨਿਬੇੜਾ ਤਾਂ ਹੋਵੇ। ਜਿਹੜੀ ਮੈਨੂੰ ਫਾਂਸੀ ਦੀ ਸਜ਼ਾ ਜਿਹੜੀ 2012 ਨੂੰ ਹੋ ਜਾਣੀ ਸੀ, ਉਦੋਂ ਜਿਹੜਾ ਮੇਰੀ ਸਜ਼ਾ ਮੁਕੰਮਲ ਹੋ ਜਾਣੀ ਸੀ, ਉਹ ਹਾਲੇ ਤੱਕ ਲਟਕ ਰਹੀ ਹੈ, ਉਸ ਦਾ ਕੋਈ ਨਿਬੇੜਾ ਨਹੀਂ ਹੋ ਰਿਹਾ, ਤਾਂ ਤੁਸੀਂ ਕਿਉਂ ਉਹ ਅਰਜ਼ੀ ਵਾਪਸ ਨਹੀਂ ਲੈ ਲੈਂਦੇ। ਹਾਲਾਂਕਿ ਉਸ ਵਕਤ ਐਸਜੀਪੀਸੀ ਦੇ ਜਿਹੜੇ ਤਤਕਾਲੀ ਪ੍ਰਧਾਨ ਨੇ ਜਾ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ਤੁੜਵਾ ਦਿੱਤੀ ਸੀ ਤੇ ਅੱਜ ਤੱਕ ਉਹ ਵੀ ਜੇਲ੍ਹ ਦੇ ਵਿੱਚ ਬੰਦ ਨੇ। ਮਾਰਚ 2017 ਦੇ ਵਿੱਚ ਚੰਡੀਗੜ੍ਹ ਦੀ ਇੱਕ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਕੇਸ ਵਿੱਚ ਜਗਤਾਰ ਸਿੰਘ ਤਾਰਾ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਤਾਰਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸੀਬੀਆਈ ਅਦਾਲਤ ਅਤੇ ਸੈਸ਼ਨ ਜੱਜ JS ਸਿੱਧੂ ਦੀ ਅਦਾਲਤ ਨੇ ਜਗਤਾਰ ਸਿੰਘ ਤਾਰਾ ਨੂੰ ਕੁਦਰਤੀ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਂਝ ਆਪਾਂ ਜਾਣਦੇ ਹਾਂ ਕਿ ਜੇ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਤਾਂ 20 ਸਾਲ ਦੀ ਮੰਨੀ ਜਾਂਦੀ ਹੈ, ਪਰ ਖਾਸ ਕੇਸਾਂ ਦੇ ਵਿੱਚ ਅਦਾਲਤ ਦੇ ਵਿੱਚੋਂ ਇਹ ਮੈਂਸ਼ਨ ਕੀਤਾ ਜਾਂਦਾ ਹੈ ਕਿ ਕੁਦਰਤੀ ਮੌਤ ਹੋਣ ਤੱਕ, ਯਾਨੀ ਕਿ ਜਗਤਾਰ ਸਿੰਘ ਤਾਰਾ ਬੇਅੰਤ ਸਿੰਘ ਕਤਲकांड ਦੇ ਵਿੱਚ ਇਹ ਵੀ ਸਾਜ਼ਿਸ਼ ਘਾੜਿਆਂ ਦੇ ਵਿੱਚੋਂ ਇੱਕ ਦੋਸ਼ੀ ਮੰਨੇ ਗਏ ਨੇ। ਇਹਨਾਂ ਨੂੰ ਮੌਤ ਤੱਕ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ। 35,000 ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ। ਜਗਤਾਰ ਸਿੰਘ ਤਾਰਾ ਨੇ ਸਾਫ਼ ਕਿਹਾ ਸੀ ਕਿ ਮੈਂ ਆਪਣੀ ਸਜ਼ਾ ਦੇ ਖਿਲਾਫ ਅਦਾਲਤ ਦੇ ਵਿੱਚ ਅਪੀਲ ਨਹੀਂ ਕਰਾਂਗਾ। 1995 ਦੇ ਵਿੱਚ ਹੋਏ ਕਤਲ ਕੇਸ ਦੇ ਵਿੱਚ ਜਗਤਾਰ ਸਿੰਘ ਤਾਰਾ ਨੇ ਆਪਣੇ ਗੁਨਾਹ ਨੂੰ ਪਹਿਲਾਂ ਹੀ ਲਿਖਤੀ ਤੌਰ ਤੇ ਕਬੂਲ ਕਰ ਲਿਆ ਸੀ ਤੇ ਆਪਣੇ ਕਬੂਲਨਾਮੇ ਦੇ ਵਿੱਚ ਤਾਰਾ ਨੇ ਲਿਖਿਆ, ਦਲੀਲ ਦਿੱਤੀ ਕਿ ਜਿਵੇਂ ਜਨਰਲ ਡਾਇਰ ਦੇ ਹੁਕਮ ਤੇ ਜਲਿਆਂਵਾਲਾ ਬਾਗ ਦੇ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸੀ, ਉਵੇਂ ਹੀ ਬੇਅੰਤ ਸਿੰਘ ਦੇ ਹੁਕਮਾਂ ਤੇ ਪੰਜਾਬ ਦੇ ਵਿੱਚ ਹਜ਼ਾਰਾਂ ਲੋਕਾਂ ਦਾ ਕਤਲ ਹੋਇਆ। ਇਸ ਕਰਕੇ ਅਸੀਂ ਬੇਅੰਤ ਸਿੰਘ ਦਾ ਕਤਲ ਕੀਤਾ ਤੇ ਸਾਨੂੰ ਆਪਣੇ ਕੀਤੇ ਉੱਤੇ ਕੋਈ ਅਫਸੋਸ ਨਹੀਂ ਹੈ। ਤੇ ਹੁਣ ਸਾਰੇ ਉਹ ਸਾਡੇ ਦਰਸ਼ਕ ਜਿਨ੍ਹਾਂ ਨੂੰ ਨਹੀਂ ਪਤਾ ਕਿ ਉਸ ਦੌਰ ਦੇ ਵਿੱਚ ਕੀ ਹੋਇਆ ਸੀ, ਆਖਿਰਕਾਰ ਅਜਿਹਾ ਕੈਸਾ ਰਾਜ ਸੀ ਕਿ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਦੇ ਨਾਲ ਹੀ ਉਡਾ ਦਿੱਤਾ ਗਿਆ ਸੀ, ਕਿਉਂ ਲੋਕ ਕਹਿੰਦੇ ਨੇ ਖੂਨ ਦੀਆਂ ਨਦੀਆਂ ਵਗੀਆਂ ਸੀ, ਕੀ ਕਾਰਨ ਸੀਗੇ ਕਿ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਇਸ ਦੇ ਲਈ ਅਸੀਂ ਜਿਹੜੇ ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰਕਾਰ ਉਹ ਦੌਰ ਕੈਸਾ ਦੌਰ ਸੀ। 80ਵੇਂ ਅਤੇ 90ਵੇਂ ਦਹਾਕੇ ਦੇ ਵਿੱਚ ਜੋ ਉਸ ਵੇਲੇ ਸਮਾਂ ਸੀ, ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਸਿਖਰਾਂ ਤੇ ਹੋ ਰਿਹਾ ਸੀ ਜੀ। ਨਿਤ ਦਿਨ ਸਿੱਖ ਨੌਜਵਾਨਾਂ ਨੂੰ ਘਰਾਂ ਚੋਂ ਚੁੱਕ ਕੇ ਐਕਸਟਰਾ ਜੁਡੀਸ਼ੀਅਲ ਮੈਥਡਸ ਦੇ ਨਾਲ ਉਹਨਾਂ ਦਾ ਮੁਕਾਬਲਾ ਬਣਾਇਆ ਜਾਂਦਾ ਸੀ, ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਜੀ।
ਟਾਰਚਰ ਸੈਂਟਰਸ ਭਰੇ ਪਏ ਸਨ ਸਿੱਖ ਨੌਜਵਾਨਾਂ ਦੇ ਨਾਲ। ਇੰਡੀਅਨ ਸਟੇਟ ਨੇ ਜਿਹੜੇ ਪੰਜਾਬ ਪੁਲਿਸ ਸੀ, ਜਿਨ੍ਹਾਂ ਨੂੰ ਉਸ ਵੇਲੇ ਗਿਲਜ਼ ਬॉयਜ਼ ਕਿਹਾ ਜਾਂਦਾ ਸੀ, ਉਹਨਾਂ ਨੂੰ ਇੰਪਿਊਨਿਟੀ ਦਿੱਤੀ ਹੋਈ ਸੀ, ਲਾਇਸੈਂਸ ਟੂ ਕਿਲ, ਜਿਹਨੂੰ ਚਾਹੁਣ ਉਹ ਮਾਰ ਸਕਦੇ ਨੇ ਔਰ ਉਹਨਾਂ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਵਾਪਸੀ ਨਹੀਂ ਹੋਏਗੀ। ਆਪਾਂ ਦੇਖ ਸਕਦੇ ਹਾਂ ਕਿ ਉਸ ਵੇਲੇ ਦੇ ਗਿਲਜ਼ ਬॉयਜ਼ ਅੱਜ ਵੀ ਮੌਜੂਦ ਨੇ, ਜਿਨ੍ਹਾਂ ਵਿੱਚੋਂ ਸੁਮੇਧ ਸੈਣੀ ਹੈ, ਮੁਸਤਫਾ ਹੈ, ਜਿਹਨੂੰ ਨਵਜੋਤ ਸਿੱਧੂ ਨੇ ਆਪਣਾ ਸਟ੍ਰੈਟੇਜਿਕ ਐਡਵਾਈਜ਼ਰ ਲਾਇਆ। ਹੋਰ ਵੀ ਬਹੁਤ ਸਾਰੇ ਸੀਗੇ, ਜਿਨ੍ਹਾਂ ਵਿੱਚੋਂ ਕੁਝ ਆਪਣੀ ਮੌਤ ਮਰ ਚੁੱਕੇ ਨੇ, ਕੁਝ ਨੂੰ ਜੁਝਾਰੂ ਸਿੰਘਾਂ ਨੇ ਪਨਿਸ਼ ਕਰ ਦਿੱਤਾ, ਤੇ ਬਹੁਤ ਸਾਰੇ ਐਸੇ ਨੇ ਜਿਹੜੇ ਅੱਜ ਵੀ ਮੌਜੂਦ ਨੇ। ਸੋ ਇਹ ਅਜਿਹੇ ਐਕਸਟਰਾ ਆਰਡੀਨਰੀ ਹਾਲਾਤ ਸੀਗੇ, ਇੱਕ ਸਾਧਾਰਨ ਹਾਲਾਤ ਨਹੀਂ ਸੀ, ਜਦੋਂ ਬਹੁਤ ਜ਼ਿਆਦਾ ਖੂਨ ਖਰਾਬਾ ਹੋ ਰਿਹਾ ਸੀ। ਅਜਿਹੇ ਸਮੇਂ ਦੇ ਵਿੱਚ ਸਿੱਖਾਂ ਦੇ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਰੋਕਣ ਲਈ ਔਰ ਜਿਹੜੀ ਇੱਕ ਇੰਡੀਅਨ ਸਟੇਟ ਦੇ ਨਾਲ ਸਿੱਖ ਪੰਥ ਦੀ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ, ਜਦੋਜਹਿਦ ਚੱਲ ਰਹੀ ਸੀ, ਉਸ ਨੂੰ ਵੀ ਆਪਣਾ ਅਗਲੇ ਪੜਾਅ 'ਤੇ ਲੈ ਕੇ ਜਾਣ ਲਈ ਉਸ ਵੇਲੇ ਜਿਹੜਾ ਮੁੱਖ ਮੰਤਰੀ ਸੀ ਪੰਜਾਬ ਦਾ, ਉਸਨੇ ਇੱਕ ਕਰੂਅਲ ਰਜੀਮ ਨੂੰ ਉਹ ਰਨ ਕਰ ਰਿਹਾ ਸੀ, ਔਰ ਉਸ ਕਰੂਅਲ ਰਜੀਮ ਨੂੰ ਐਂਡ ਕਰਨ ਲਈ ਉਸਦੇ ਜ਼ੁਲਮਾਂ ਜਿਹੜੇ ਉਹ ਜ਼ੁਲਮ ਢਾਹ ਰਿਹਾ ਸੀ, ਉਸਦੇ ਜ਼ੁਲਮਾਂ ਦਾ ਉਸਨੂੰ ਜਵਾਬ ਦੇਣ ਲਈ ਔਰ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਠੱਲਣ ਲਈ ਇਹ ਇੱਕ ਜ਼ਰੂਰੀ ਹੋ ਗਿਆ ਸੀ ਕਿ ਉਸਦਾ ਅਸੈਸੀਨੇਸ਼ਨ ਕੀਤਾ ਜਾਵੇ। ਔਰ ਇਹ ਅਸੈਸੀਨੇਸ਼ਨ ਬੱਬਰ ਖਾਲਸਾ ਦੇ ਜ਼ਿੰਮੇ ਆਇਆ ਔਰ ਉਹਨਾਂ ਨੇ ਦਿਲਾਵਰ ਸਿੰਘ ਵਰਗੇ, ਰਾਜੋਆਨੇ ਵਰਗੇ ਅਤੇ ਹੋਰ ਬਹੁਤ ਸਾਰੇ, ਜਗਤਾਰ ਸਿੰਘ ਹਵਾਰਾ ਵਰਗੇ ਨੌਜਵਾਨਾਂ ਦੇ ਰਾਹੀਂ ਇਸ ਐਕਸ਼ਨ ਨੂੰ ਸਰ ਅੰਜਾਮ ਦਿੱਤਾ। ਜੀ ਮੈਂ ਸਮਝਦਾ ਕਿ ਇੰਨੇ ਸਾਲਾਂ ਬਾਅਦ ਜਦੋਂ ਅਸੀਂ ਉਹਨਾਂ ਘਟਨਾਵਾਂ ਨੂੰ ਅੱਜ ਦੇ ਪਰਿਪੇਖ 'ਚ ਦੇਖਦੇ ਹਾਂ, ਤੇ ਸ਼ਾਇਦ ਸਾਨੂੰ ਲੱਗਦਾ ਹੋਏਗਾ ਕਿ ਇਸ ਇੱਕ ਘਟਨਾ ਦੇ ਨਾਲ ਸਾਡੇ ਬਹੁਤ ਸਾਰੇ ਨੌਜਵਾਨ ਜੇਲ੍ਹਾਂ ਦੇ ਵਿੱਚ ਅੱਜ ਤੱਕ ਰੁਲ ਰਹੇ ਨੇ, ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਜੀ ਮੇਰਾ ਕਹਿਣ ਦਾ ਭਾਵ ਹੈ ਕਿ ਇਸ ਇੱਕ ਐਕਸ਼ਨ ਦੀ ਕੀਮਤ ਵੀ ਸਿੱਖ ਕੌਮ ਨੂੰ ਬਹੁਤ ਵੱਡੀ ਤਾਰਨੀ ਪਈ, ਪਰ ਉਸ ਵੇਲੇ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਇਹ ਐਕਸਟਰਾ ਆਰਡੀਨਰੀ ਹਾਲਾਤ ਸੀਗੇ, ਸਾਧਾਰਨ ਹਾਲਾਤ ਨਹੀਂ ਸੀ। ਅਜਿਹੇ ਹਾਲਾਤਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਰੋਕਣ ਲਈ ਇੱਕ ਲਾਸਟ ਹਰਬਾ ਸੀਗਾ। ਇਟ ਵਾਜ਼ ਲਾਸਟ ਰਿਜ਼ੋਰਟ ਟੂ ਰਿਸਟੋਰ ਸਿੱਖ ਹਿਊਮਨ ਰਾਈਟਸ। ਜੀ ਹਾਲੇ ਤੱਕ ਐਗਜ਼ੈਕਟਲੀ ਕੋਈ ਵੀ ਫਿਗਰ ਸਾਹਮਣੇ ਨਹੀਂ ਆਈ। 20,000 ਤੋਂ 30,000 ਤੱਕ ਜਿਹੜੇ ਨੰਬਰਸ ਨੇ, ਇਨਕਲੂਡਿੰਗ ਦਿੱਲੀ ਕਤਲੇਆਮ, ਦਰਬਾਰ ਸਾਹਿਬ ਕਤਲੇਆਮ, ਐਕਸਟਰਾ ਜੁਡੀਸ਼ੀਅਲ ਕਿਲਿੰਗ ਜਾਂ ਜਿਹੜੇ ਰੀਅਲ ਐਨਕਾਊਂਟਰਸ 'ਚ ਸਿੰਘ ਸ਼ਹੀਦ ਹੋਏ ਨੇ, ਜੀ ਇਹ ਵੇਰੀ ਕਰ ਰਹੀ ਹੈ 20 ਤੋਂ 30 ਤੱਕ। ਹਾਲਾਂਕਿ 10,000 ਦਾ ਬਹੁਤ ਵੱਡਾ ਇੱਕ ਨੰਬਰ ਹੁੰਦਾ। ਮੌਤ ਤਾਂ ਇੱਕ ਵੀ ਜਿਹੜੀ ਹੈ ਗਲਤ ਨਹੀਂ ਗਿਣੀ ਜਾਣੀ ਚਾਹੀਦੀ, ਇੱਕ ਵੀ ਮੌਤ ਗਲਤ ਨਹੀਂ ਗਿਣੀ ਜਾਣੀ ਚਾਹੀਦੀ। ਮੈਂ ਇਸੇ ਕਰਕੇ ਕਹਿ ਰਿਹਾ, ਐਗਜ਼ੈਕਟ ਹਾਲੇ ਤੱਕ ਇਸ ਚੀਜ਼ ਦੀ ਕੋਈ ਜਾਂਚ ਸਿੱਖ ਪੰਥ ਵੱਲੋਂ, ਸਿੱਖ ਸੰਸਥਾਵਾਂ ਵੱਲੋਂ ਨਹੀਂ ਹੋ ਸਕੀ। ਹਰ ਸੰਸਥਾ ਆਪਣੇ ਇੱਕ ਅੰਦਾਜ਼ੇ ਦੇ ਨਾਲ ਇਹ ਗੱਲਾਂ ਕਰਦੀ ਹੈ। ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਤਾਂ ਕਈ ਵਾਰੀ ਉਹਨੂੰ ਲੱਖਾਂ ਤੱਕ ਵੀ ਕਹਿ ਦਿੰਦੇ ਨੇ ਜਦੋਂ ਵਿਦੇਸ਼ਾਂ ਦੇ ਵਿੱਚ ਬੋਲਦੇ ਨੇ ਸਟੇਜਾਂ ਤੋਂ, ਪਰ ਐਗਜ਼ੈਕਟਲੀ ਗੱਲ ਇਹ ਹੈ ਕਿ ਕਿਸੇ ਨੂੰ ਐਗਜ਼ੈਕਟ ਫਿਗਰ ਨਹੀਂ ਪਤਾ। ਪਰ ਬਹੁਤ ਸਾਰੇ ਜਿਹੜੇ ਸ਼ਖਸੀਅਤਾਂ ਨੇ, ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਸ਼ਖਸੀਅਤਾਂ ਨੇ ਜਾਂ ਸੰਸਥਾਵਾਂ ਨੇ, ਉਹਨਾਂ ਦੀ ਜਿਹੜੀ ਹੁਣ ਤੱਕ ਦੀ ਜਾਂਚ ਹੈ, ਹਾਲਾਂ ਉਹ ਵੀ ਬੜੀ ਵੇਰੀ ਕਰ ਰਹੀ ਹੈ, ਪਰ ਉਹ ਇਸ ਨੂੰ 20 ਤੋਂ 30 ਦੇ ਵਿੱਚ ਗਿਣਦੇ ਨੇ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਅੱਜ ਪੰਜਾਬ ਕਾਂਗਰਸ ਦੇ ਵਿੱਚ ਲੁਧਿਆਣਾ ਤੋਂ MP ਹੈਗੇ ਨੇ, ਤੇ ਉਹ ਹਮੇਸ਼ਾ ਹੀ ਜਦੋਂ ਵੀ ਕਿਸੇ ਨੂੰ ਸਜ਼ਾ ਹੁੰਦੀ ਹੈ, ਖਾੜਕੂਆਂ ਨੂੰ ਸਜ਼ਾ ਹੁੰਦੀ ਹੈ, ਖਾਸ ਕਰਕੇ ਉਹਨਾਂ ਦੇ ਦਾਦਾ ਬੇਅੰਤ ਸਿੰਘ ਦੇ ਕਤਲ ਕਾਂਡ ਦੇ ਨਾਲ ਜੁੜੇ ਹੋਏ ਲੋਕਾਂ ਦੇ ਨਾਲ ਕੋਈ ਵੀ ਖਬਰ ਸਾਹਮਣੇ ਆਉਂਦੀ ਹੈ ਤਾਂ ਰਵਨੀਤ ਬਿੱਟੂ ਦਾ ਪ੍ਰਤੀਕਰਮ ਹਮੇਸ਼ਾ ਸਾਹਮਣੇ ਆਉਂਦਾ ਹੈ। ਜਗਤਾਰ ਸਿੰਘ ਤਾਰਾ ਨੇ ਜਦੋਂ ਕਿਹਾ ਸੀ ਕਿ ਅਸੀਂ
ਬੇਅੰਤ ਸਿੰਘ ਨੂੰ ਕਿਉਂ ਮਾਰਿਆ ਹੈ ਤੇ ਸਾਨੂੰ ਕਿਉਂ ਉਸ ਨੂੰ ਮਾਰਨ ਦਾ ਅਫਸੋਸ ਨਹੀਂ ਹੈ। ਤਾਂ ਰਵਨੀਤ ਬਿੱਟੂ ਨੇ ਉਦੋਂ ਵੀ ਵਿਰੋਧ ਕੀਤਾ ਸੀ, ਆਪਣਾ ਵਿਰੋਧ ਹੈ ਜਿਹੜਾ ਉਹ ਦਰਜ ਕਰਵਾਇਆ ਸੀ। ਸਰਕਾਰਾਂ ਜਿੱਥੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਹੀਦ ਮੁੱਖ ਮੰਤਰੀ ਦਾ ਦਰਜਾ ਦਿੰਦੀਆਂ ਨੇ, ਉੱਥੇ ਸਿੱਖ ਕੌਮ ਭਾਈ ਦਿਲਾਵਰ ਸਿੰਘ ਨੂੰ ਅਮਰ ਸ਼ਹੀਦ ਦਾ ਦਰਜਾ ਦਿੰਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅੱਜ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਉਹਨਾਂ ਦੀ ਬਰਸੀ ਮੌਕੇ ਯਾਦ ਕਰ ਰਹੇ ਨੇ, ਸ਼ਰਧਾਂਜਲੀ ਦੇ ਫੁੱਲ ਭੇਂਟ ਕਰ ਰਹੇ ਨੇ। ਪਰ ਦੂਸਰੇ ਪਾਸੇ ਸਿੱਖ ਕੌਮ ਦੇ ਵੱਲੋਂ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਇਆ ਗਿਆ ਹੈ। ਸਿੱਖ ਇਤਿਹਾਸਕਾਰ ਡਾਕਟਰ ਸੁਖਪ੍ਰੀਤ ਉਦੋਕੇ ਇਸ ਬਾਰੇ ਲਿਖਦੇ ਨੇ, ਕਿਉਂਕਿ ਮਨੁੱਖੀ ਬੰਬ ਬਣ ਕੇ ਆਪਣੇ ਆਪ ਨੂੰ ਵੀ ਖਤਮ ਕਰ ਲੈਣਾ, ਇਸ ਦਾ ਆਖਿਰਕਾਰ ਕੀ ਮਤਲਬ ਹੁੰਦਾ। ਤਾਂ ਉਹਨਾਂ ਨੇ ਇੱਕ ਸ਼ਬਦ ਫਿਦਾਇਨ ਦਾ ਜ਼ਿਕਰ ਕੀਤਾ ਹੈ। ਕਹਿੰਦੇ ਫਾਰਸੀ ਬੋਲੀ ਦੇ ਸ਼ਬਦ ਖੁਦਕੁਸ਼ੀ ਦਾ ਅਰਥ ਆਤਮਘਾਤ ਹੈ ਜਾਂ ਫਿਰ ਆਤਮ ਹੱਤਿਆ ਹੈ। ਸੰਸਾਰਿਕ ਤੰਗੀਆਂ ਤੁਰਸ਼ੀਆਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਣੀ ਇਹ ਖੁਦਕੁਸ਼ੀ ਹੁੰਦੀ ਹੈ। ਤੇ ਅਕਸਰ ਹੀ ਕਮਜ਼ੋਰ ਮਾਨਸਿਕਤਾ ਦੇ ਲੋਕ ਅਜਿਹੇ ਕਦਮ ਜਿਹੜੇ ਨੇ ਉਹ ਚੁੱਕਦੇ ਨੇ। ਪਰ ਸੰਸਾਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਖੁਦਕੁਸ਼ ਹੋ ਜਾਣਾ, ਸਮਾਜ ਦੇ ਵਿੱਚ ਅਮਨ ਸ਼ਾਂਤੀ ਦੀ ਕਾਇਮੀ ਲਈ ਆਪਣੇ ਤਨ ਦਾ ਤੁੰਬਾ ਕਰਵਾ ਲੈਣਾ, ਇਸ ਖੁਦਕੁਸ਼ ਨੂੰ ਮਹਾਨ ਸ਼ਹੀਦ ਦੇ ਰੂਪ 'ਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਤੇ ਸਿਰਫ ਅਰਬੀ ਬੋਲੀ ਵਿੱਚ ਇਸ ਸ਼ਹਾਦਤ ਦੇ ਹਾਣ ਦਾ ਸ਼ਬਦ ਮਿਲਦਾ ਹੈ ਫਿਦਾਇਨ, ਯਾਨੀ ਕਿ ਫਿਦਾ ਹੋ ਜਾਣ ਵਾਲਾ, ਆਪਾ ਕੁਰਬਾਨ ਕਰਨ ਵਾਲਾ। ਉਹਨਾਂ ਨੇ ਅੱਗੇ ਲਿਖਿਆ ਕਿ ਭਾਈ ਨੰਦ ਲਾਲ ਜੀ ਦੇ ਇਸ ਲਫ਼ਜ਼ ਨੂੰ ਇਸ ਤਰ੍ਹਾਂ ਵਰਤਿਆ ਗਿਆ ਹੈ, ਬਾਦ ਜਾਨਸ਼ ਫਿਦਾਏ ਗੁਰੂ ਗੋਬਿੰਦ ਸਿੰਘ ਫਰਕੇ ਉਬਰ ਪਾਏ ਗੁਰੂ ਗੋਬਿੰਦ ਸਿੰਘ। ਤੇ ਜਦੋਂ ਫਿਦਾਇਨ ਦੇ ਅਮਲ ਦਾ ਅਧਿਐਨ ਕਰੋਗੇ ਤਾਂ ਤੁਹਾਨੂੰ ਉਸ ਖੁਦਕੁਸ਼ ਦੇ ਵਿੱਚ ਧੰਨਾ ਸਿੰਘ ਬੱਬਰ ਵਰਗੀ ਸਿਰੜ, ਰੀਮ ਰਿਆਸ਼ੀ ਵਰਗਾ ਸਹਿਜ ਤੇ ਧਨੂ ਵਰਗਾ ਦ੍ਰਿੜ ਇਰਾਦਾ ਮਹਿਸੂਸ ਹੋਵੇਗਾ। ਤੇ ਇਸ ਸਾਰੇ ਸੁਮੇਲ ਦਾ ਮੁਜੱਸਮਾ ਸੀ ਸ਼ਹੀਦ ਦਿਲਾਵਰ ਸਿੰਘ ਅਮਰ ਸ਼ਹੀਦ। ਇਹ ਲਿਖਿਆ ਹੈ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਨੇ ਤੇ ਸਿੱਖ ਕੌਮ ਦੇ ਵਿੱਚੋਂ ਜ਼ਿਆਦਾਤਰ ਲੋਕ ਵੀ ਇਹੀ ਮੰਨਦੇ ਨੇ। ਖਾਸ ਰਿਪੋਰਟ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।